Ere, ai, ere, ai, ere, ai, ere, ai, ere. Ai, ere, 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 ai, ere. Ai, ere, ai, ere, ai, ere, ai, ere, ai, ere, ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤ ਸਾਧੂ ਜਨਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਾਡੇ ਜੀਵਨ ਦਾ ਜੋ ਅਸਲ ਮਕਸਦ ਕੀ ਹੈ, ਮਾਨਸ ਜਾਮਾ ਸਾਨੂੰ ਕਾਹਦੇ ਵਾਸਤੇ ਮਿਲੇ ਹੈ, ਇਹ ਮਾਨਸ ਜਾਮੇ ਦਾ ਕੀ ਮਨੋਰਥ ਹੈ ਅਤੇ ਕਿਵੇਂ ਅਸੀਂ ਇਸ ਮਨੋਰਥ ਨੂੰ ਪੂਰਾ ਕਰ ਸਕਦੇ। ਇਹਦਾ ਭੇਦ ਫਿਰ ਸਾਨੂੰ ਆਉਂਦਾ ਜਦੋਂ ਅਸੀਂ ਸਤ ਸੰਗਤ ਕਰਦੇ। ਸਤ ਸੰਗਤ ਦੇ ਵਿੱਚ ਆ ਕੇ ਸਾਨੂੰ ਸੋਝੀ ਆਉਂਦੀ ਵੀ ਸਾਨੂੰ ਕਾਹਦੇ ਵਾਸਤੇ ਇਹ ਜੀਵਨ ਮਿਲਿਆ, ਮਾਨਸ ਜਾਮਾ। ਫਿਰ ਜਦੋਂ ਸੋਝੀ ਆਉਂਦੀ, ਜਦੋਂ ਥੋੜ੍ਹਾ ਭੇਤ ਆਉਂਦਾ, ਫਿਰ ਸਾਡਾ ਜਿਹੜਾ ਮਨ ਹੈ ਇਹ ਸ਼ਰਮ ਮਹਿਸੂਸ ਕਰਦਾ ਵੀ ਮਾਨਸ ਜਾਮਾ ਤਾਂ ਮਿਲਿਆ, ਨਾ ਮਾਨਸ ਜਾਮੇ ਵਿੱਚ ਮੈਂ ਕੋਈ ਜਪ ਤਪ ਨਹੀਂ ਕੀਤਾ, ਨਾ ਮੈਂ ਕਿਸੇ ਸੰਤਾਂ ਦੀ, ਸਾਧੂਆਂ ਦੀ ਸੰਗਤ ਕੀਤੀ। ਫਿਰ ਸ਼ਰਮ ਮਹਿਸੂਸ ਕਰਦਾ ਅਤੇ ਫਿਰ ਬੇਨਤੀ ਕਰਦਾ ਸਤਿਗੁਰੂ ਵੀ ਹੁਣ ਮੇਰੇ 'ਤੇ ਕਿਰਪਾ ਕਰ। ਮਹਾਰਾਜ ਫਰਮਾਉਂਦੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ, ਸ਼ਰਨ ਪਰੇ ਕੀ ਰਾਖੋ ਸ਼ਰਮ। ਫਿਰ ਬੇਨਤੀਆਂ ਫਿਰ ਜੋਤੜੀਆਂ ਘਰ 'ਚ ਵੀ ਅਸੀਂ ਤਾਂ ਪਹਿਲਾਂ ਭਰਮ ਦੇ ਵਿੱਚ ਹੀ, ਭੁਲੇਖੇ ਵਿੱਚ ਹੀ ਅਸੀਂ ਹੰਕਾਰ ਕਰਦੇ ਰਹੇ, ਆਪਣੀ ਪੱਗ ਦਾ ਅਤੇ ਸੰਸਾਰ ਦੇ ਵਿੱਚ ਝੂਠੀ ਵਡਿਆਈ 'ਚ
ਵੀ ਸਾਡੀ ਮਾਤਾ ਕਿ ਪੱਗ ਸਾਡੀ ਮੈਲੀ ਹੋ ਜੇ, ਸਾਡੀ ਇੱਜ਼ਤ ਨੂੰ ਕੋਈ ਦਾਗ ਹੀ ਨਾ ਲੱਗ ਜੇ। ਪਰ ਭੇਦ ਖੁੱਲ੍ਹਾ ਸੰਗਤ ਕਰਕੇ ਵੀ ਅਸੀਂ ਪੱਗ ਦੀ ਗੱਲ ਕਰਦੇ ਹਾਂ ਤਾਂ ਸਾਡਾ ਸਿਰ ਵੀ ਮਿੱਟੀ 'ਚ ਮਿਲ ਜਾਣ, ਇਹਦਾ ਸਰੀਰ ਵੀ ਨਾਸਵਾਨ। ਮਾਰੇ ਫਰਮਾਉਂਦੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਈ ਜਾਏ। ਗਹਿਲਾ ਰੂਹ ਨਾ ਜਾਣਨੀ ਸਿਰ ਵੀ ਮਿੱਟੀ ਖਾਈ। ਵੀ ਪਹਿਲਾਂ ਭੁਲੇਖੇ ਵਿੱਚ ਹੀ ਰਹੇ, ਕਿਤੇ ਪੱਗ ਹੀ ਨਾ ਮੈਲੀ ਹੋ ਜੇ। ਅਤੇ ਝੂਠਾ ਹੰਕਾਰ, ਝੂਠੀ ਹਉਮੈ ਕਰਦੇ ਰਹੇ ਪੱਗ ਦੇ ਉੱਤੇ। ਫਿਰ ਜਦੋਂ ਸੰਗਤ ਕਰਦੇ ਭੇਦ ਖੁੱਲ੍ਹਦਾ ਵੀ ਸਾਡੀ ਤਾਂ ਪਰਮਾਤਮਾ ਦੇ ਨਾਲੋਂ ਵਿਗੜ ਗਈ। ਵੀ ਜਿਹਨੇ ਸਾਨੂੰ ਪੈਦਾ ਕੀਤਾ, ਜੋ ਸਾਡਾ ਸਿਰਜਣਹਾਰ ਹੈ, ਅਸੀਂ ਉਹਦੇ ਸਨਮੁਖ ਨਹੀਂ ਹੋਏ, ਉਹਦਾ ਭੇਦ ਨਹੀਂ ਲਿਆ, ਉਹਦੀ ਭਗਤੀ ਨਹੀਂ ਕੀਤੀ। ਅਤੇ ਜਿਹੜਾ ਹੰਕਾਰ ਕਰਦੇ ਰਹੇ ਟੇਢੀ ਪਗੜੀ ਦਾ, ਫਿਰ ਬੇਨਤੀ ਕਰਦੇ ਹਾਂ ਵੀ ਸਾਡੇ 'ਤੇ ਕਿਰਪਾ ਕਰ। ਫਰਮਾਉਂਦੇ ਮਹਾਰਾਜ ਰਾਖ ਲਿਓ ਹਮ ਤੇ ਬਿਗੜੀ, ਸੀਲ ਧਰਮ ਜਪ ਭਗਤ ਨ ਕੀਨੀ। ਹੋ ਅਭਿਮਾਨ ਟੇਢ ਪਗੜੀ। ਵੀ ਅਸੀਂ ਤਾਂ ਪੱਗ ਦਾ ਹੀ ਹੰਕਾਰ ਕਰਦੇ ਰਹੇ ਅਤੇ ਕੋਈ ਜਪ ਤਪ ਨਾ ਕੀਤਾ। ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਸਾਨੂੰ 84 ਲੱਖ ਜੂਨ ਤੋਂ ਉੱਤਮ ਮਾਨਸ ਜਾਮਾ ਦਿੱਤਾ, ਅਸੀਂ ਉਹਦੀ ਭਗਤੀ ਨਹੀਂ ਕੀਤੀ ਅਤੇ ਇਸ ਕਰਕੇ ਅਸੀਂ ਉਹਦੇ ਅਪਰਾਧੀ ਹਾਂ ਪਰਮਾਤਮਾ 'ਤੇ। ਬਈ ਜਿਹਨੇ ਸਾਨੂੰ ਪੈਦਾ ਕੀਤਾ, ਅਸੀਂ ਉਹ ਸਿਰਜਣਹਾਰ ਨੂੰ ਜਾਣਿਆ ਹੀ ਨਹੀਂ, ਉਹਦੇ ਗੁਣਾਂ ਨੂੰ ਨਹੀਂ ਜਾਣਿਆ ਅਤੇ ਉਹਦੀ ਭਗਤੀ ਨਹੀਂ ਕੀਤੀ। ਫਿਰ ਮਹਿਸੂਸ ਕਰਦੇ ਹਾਂ ਜੋ ਮਹਾਰਾਜ ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ, ਜਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਬਈ ਜਿਹਨੇ ਸਾਨੂੰ ਇਹ ਮਾਨਸ ਜਾਮਾ ਦਿੱਤਾ, ਜਿਹੜਾ ਸਾਡਾ ਸਿਰਜਣਹਾਰ ਹੈ ਮਾਲਕ, ਉਹਦੀ ਭਗਤੀ ਨਹੀਂ ਕੀਤੀ। ਫਿਰ ਮਹਿਸੂਸ ਕਰਦੇ ਵੀ ਅਸੀਂ ਤੇਰੇ ਅਪਰਾਧੀ, ਅਸੀਂ ਤੇਰੇ ਹੁਕਮ ਨੂੰ ਨਹੀਂ ਜਾਣਿਆ, ਤੇਰੇ ਹੁਕਮ ਤੋਂ ਵਾਕੀ ਹਾਂ ਅਤੇ ਅਸੀਂ ਚੋਰ। ਫਿਰ ਐਸੀ ਅਵਸਥਾ ਦੇ ਵਿੱਚ ਜਦੋਂ ਮਨ ਨੂੰ ਸੋਝੀ ਹੁੰਦੀ, ਗਿਆਨ ਹੁੰਦਾ, ਫਿਰ ਇਹ ਬੇਨਤੀਆਂ, ਫਿਰ ਇਹ ਜੋਦੜੀਆਂ ਕਰਦਾ ਵੀ ਮੇਰੇ 'ਤੇ ਕਿਰਪਾ ਕਰ। ਵੀ ਮੈਂ ਕੋਈ ਜਪ ਤਪ ਨਹੀਂ ਕੀਤਾ, ਤੁਸੀਂ ਹੁਣ ਮੇਰੇ 'ਤੇ ਕਿਰਪਾ ਕਰੋ, ਮੈਨੂੰ ਭਗਤੀ ਦੇ ਲਾਭ, ਮੈਨੂੰ ਭਗਤੀ ਦੀ ਦਾਤ ਦੇ ਦਿਓ। ਕਿਉਂਕਿ ਅਸੀਂ ਫਿਰਦੇ ਫਿਰਦੇ ਆ ਰਹੇ ਹਾਂ, ਆਕਾਰਾਂ ਦੇ ਵਿੱਚ ਅੱਗੇ ਦੀ ਅੱਗੇ ਤੁਰੇ ਆ ਰਹੇ। ਹੁਣ ਸਤ ਸੰਗਤ ਮਿਲੀ ਅਤੇ ਸੋਝੀ ਆਈ ਵੀ ਕਾਹਦੇ ਵਾਸਤੇ ਸਾਨੂੰ ਇਹ ਮਾਨਸ ਜਾਮਾ ਮਿਲਿਆ, ਭਗਤੀ ਵਾਸਤੇ। ਅਤੇ ਹੁਣ ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੀ ਭਗਤੀ 'ਤੇ ਲਾ ਲਓ। ਫਿਰ ਮਨ ਨੂੰ ਜਦੋਂ ਗਿਆਨ ਹੁੰਦਾ, ਜਦੋਂ ਸੋਝੀ ਆਉਂਦੀ, ਫਿਰ ਇਹ ਬੇਨਤੀਆਂ ਕਰਦਾ। ਮਾਰੇ ਫਰਮਾਉਂਦੇ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਈ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ। ਵੀ ਮਹਾਰਾਜ ਸਾਡੀ ਤੈਨੂੰ ਬੇਨਤੀ ਹੈ, ਸਾਨੂੰ ਆਪਣੀ ਭਗਤੀ 'ਤੇ ਲਾ ਲਾ, ਸਾਨੂੰ ਭਗਤੀ ਦੀ ਦਾਤ ਦੇ ਦਿੱਤੀ। ਹੁਣ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਅਤੇ ਸਾਡੇ ਪੱਲੇ ਵਿੱਚ, ਸਾਡੀ ਝੋਲੀ ਵਿੱਚ ਬੰਦਗੀ ਦੀ ਖੈਰ ਪਾਤ। ਬਈ ਤੂੰ ਬਖਸ਼ਣਹਾਰ ਹੈ, ਸਾਡੇ ਵਿੱਚ ਔਗਣ ਤਾਂ ਬਹੁਤ ਨੇ, ਪਰ ਤੂੰ ਬਖਸ਼ਣਹਾਰ ਹੈ। ਤੇਰੀ ਸ਼ਰਨ 'ਚ ਆਏ ਹਾਂ, ਸਾਨੂੰ ਬਖਸ਼ ਲੈ ਅਤੇ ਸਾਨੂੰ ਹੁਣ ਆਪਣੀ ਭਗਤੀ 'ਤੇ ਲਾ ਲਾ।
ਮਾਰੇ ਫਰਮਾਉਂਦੇ ਤੇਰੀ ਪਨੇ ਖੁਦਾਈ ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਮੰਗਦੇ ਭਗਤ ਵੀ ਨੇ, ਮੰਗਦੇ ਗੁਰਮੁਖ ਵੀ ਨੇ, ਪਰ ਉਹ ਮਾਲਕ ਦੀ ਭਗਤੀ ਮੰਗਦੇ, ਮਾਲਕ ਦਾ ਪ੍ਰੇਮ ਮੰਗਦੇ। ਮੰਗਦਾ ਮਨਮੁਖ ਵੀ ਹੈ ਤੇ ਉਹ ਇਹ ਤਨ ਵਾਸਤੇ ਮੰਗਦਾ, ਸਰੀਰ ਵਾਸਤੇ ਮੰਗਦਾ। ਜਦ ਤੱਕ ਅਸੀਂ ਸੰਗਤ ਨਹੀਂ ਕਰਦੇ ਆਪਣੀਆਂ ਵੀ ਇਹੀਓ ਮੰਗਾਂ ਹੁੰਦੀ। ਜਦ ਤੱਕ ਆਪਾਂ ਨੂੰ ਸੋਝੀ ਨਹੀਂ ਆਉਂਦੀ ਆਪਾਂ ਵੀ ਇਹੀਓ ਸੰਸਾਰ ਦੀਆਂ ਮੰਗਾਂ ਹੀ ਮੰਗਦੇ ਵੀ ਸਾਡਾ ਆਹ ਕੰਮ ਹੋ ਜੇ, ਸਾਡਾ ਆਹ ਹੋ ਜੇ, ਸਾਡਾ ਸਰੀਰ ਜਿਹੜਾ ਇਹ ਤੰਦਰੁਸਤ ਰਹੇ, ਸਾਡੇ ਸਰੀਰ ਨੂੰ ਕੋਈ ਰੋਗ ਨਾ ਲੱਗ ਜੇ, ਇਹਨੂੰ ਕੋਈ ਬਿਮਾਰੀ ਨਾ ਲੱਗ ਜੇ। ਜੇ ਇਹਨੂੰ ਕੋਈ ਰੋਗ ਲੱਗ ਗਿਆ ਤਾਂ ਰੋਗ ਠੀਕ ਹੋ ਜੇ। ਅਸੀਂ ਵੀ ਇਹ ਸਰੀਰ ਤੱਕ ਸੀਮਤ ਹੋਣ ਕਰਕੇ ਸਰੀਰ ਵਾਸਤੇ ਹੀ ਮੰਗਦੇ। ਇਹ ਤਾਂ ਜਦੋਂ ਆਪਾਂ ਸਤਸੰਗਤ ਕਰਦੇ ਹਾਂ, ਸੰਤ ਸਾਧੂ ਜਨ ਆਪਾਂ ਨੂੰ ਸੋਝੀ ਦਿੰਦੇ, ਫਿਰ ਸਾਨੂੰ ਭੇਦ ਆਉਂਦਾ ਵੀ ਅਸੀਂ ਮੰਗਣਾ ਕੀ। ਵੀ ਅਸੀਂ ਤਾਂ ਇਹ ਤਨ ਵਾਸਤੇ ਜਿਹੜਾ ਕਿ ਦੂਜਾ, ਜਿਹੜੀ ਕਿ ਮਾਇਆ, ਜਿਹੜਾ ਕਿ ਮਿਥਿਆ ਹੋਏ, ਅਸੀਂ ਤਾਂ ਇਹ ਦੂਜੇ ਵਾਸਤੇ ਹੀ ਮੰਗੀ ਜਾਂਦੇ, ਆਪਦੇ ਵਾਸਤੇ ਤਾਂ ਮੰਗਦੇ ਹੀ ਨਹੀਂ। ਅਸੀਂ ਇਸ ਰੋਗ ਠੀਕ ਕਰਨ ਵਾਸਤੇ ਤਾਂ ਲੱਗੇ ਹੋਏ, ਇਹਨਾਂ ਰੋਗਾਂ ਵਾਸਤੇ ਤਾਂ ਅਸੀਂ ਮੰਗਦੇ ਹਾਂ। ਪਰ ਜਿਹੜੇ ਸਾਡੇ ਮਨ ਨੂੰ ਰੋਗ ਲੱਗੇ ਉਹ ਰੋਗਾਂ ਦਾ ਸਾਨੂੰ ਪਤਾ ਨਹੀਂ। ਉਹ ਮਨ ਦੇ ਰੋਗਾਂ ਵਾਸਤੇ ਅਸੀਂ ਮੰਗਦੇ ਹੀ ਨਹੀਂ ਦਾਰੂ ਸਤਿਗੁਰੂ ਤੋਂ, ਨਾ ਸੋਝੀ ਨਾ ਭੇਦ ਹੋਣ ਕਰਕੇ। ਫਿਰ ਇਹ ਤਾਂ ਜਦੋਂ ਆਪਾਂ ਸਤਸੰਗਤ ਕਰਦੇ ਹਾਂ ਸਤਿਗੁਰੂ ਸਾਨੂੰ ਭੇਦ ਦਿੰਦੇ ਵੀ ਰੋਗ ਹੈ ਜਿਹੜਾ ਉਹ ਸਾਡੇ ਮਨ ਨੂੰ ਲੱਗੇ ਹੋਏ। ਪਹਿਲਾਂ ਸਾਡਾ ਮਨ ਰੋਗੀ ਹੁੰਦਾ, ਫਿਰ ਇਹ ਤਨ ਦੇ ਵਿੱਚ, ਸਰੀਰ ਦੇ ਵਿੱਚ ਰੋਗ ਪ੍ਰਵੇਸ਼ ਹੁੰਦਾ। ਹੁਣ ਇਹ ਮਨ ਨੂੰ ਕਿਉਂ ਰੋਗ ਲੱਗਦੇ? ਕਿਉਂਕਿ ਮਨ ਇੱਥੇ ਆ ਕੇ ਪਰਮਾਤਮਾ ਨੂੰ ਭੁੱਲ ਜਾਂਦਾ, ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਮਾਲਕ ਦੇ ਹੁਕਮ ਤੋਂ ਵਾਕੀ ਹੋ ਜਾਂਦਾ। ਫਿਰ ਇਹ ਮਨ ਨੂੰ ਰੋਗ ਲੱਗਦੇ ਤੇ ਜਿਹੜਾ ਹੀ ਫਿਰ ਰੋਗਾਂ ਦਾ ਦਾਰੂ ਇਹ ਸੰਸਾਰ ਦੇ ਵੈਦ, ਸੰਸਾਰ ਦੇ ਡਾਕਟਰ ਕੋਈ ਦੇ ਨਹੀਂ ਸਕਦੇ। ਮਾਰੇ ਫਰਮਾਉਂਦੇ ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨ ਭੋਲੇ ਦਾਰੂ ਲਾਈ। ਵੀ ਇਹ ਸੰਸਾਰ ਦੇ ਵੈਦ ਸਾਡੇ ਮਨ ਦਾ ਦਾਰੂ ਨਹੀਂ ਕੋਈ ਲਾ ਸਕਦੀ, ਕਿਉਂਕਿ ਮਨ ਇਹਨਾਂ ਦੇ ਵੀ ਰੋਗੀ ਨੇ। ਮਾਰੇ ਸੱਚੇ ਪਾਤਸ਼ਾਹ ਫਿਰ ਇਸ ਲਈ ਸਮਝਾਉਂਦੇ ਬਈ ਅਸਲ ਸਜਾਣ ਵੈਦ ਸਿਆਣਾ ਉਹ ਹੈ ਜਿਹੜਾ ਰੋਗ ਤੇ ਰੋਗ ਦਾ ਜਿਹੜਾ ਦਾਰੂ ਹੈ ਦੋਵਾਂ ਨੂੰ ਜਾਣਦਾ, ਦੋਵਾਂ ਨੂੰ ਬੁੱਝਦਾ। ਜਿਹੜਾ ਆਪਣੇ ਆਪੇ ਦੀ ਪਰਖ ਕਰਦਾ ਉਹ ਅਸਲ ਪਾਰਖੂ ਤੇ ਉਹੀਓ ਵੈਦ ਸਜਾਣ ਤੇ ਉਹੀਓ ਵੈਦ ਸਿਆਣਾ ਹੈ। ਮਾਰੇ ਫਰਮਾਉਂਦੇ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੂਝੇ ਤਾਂ ਵੈਦ ਸਜਾਣ। ਵੀ ਉਹ ਵੈਦ ਸਿਆਣਾ ਤੇ ਉਹੀਓ ਸਜਾਣ ਹੈ ਜਿਹਨੂੰ ਰੋਗ ਦਾ ਵੀ ਪਤਾ ਹੈ ਤੇ ਰੋਗ ਦੇ ਦਾਰੂ ਦਾ ਵੀ ਪਤਾ। ਹੁਣ ਸਤਿਗੁਰੂ ਫਿਰ ਪੂਰੇ ਵੈਦ ਨੇ ਜਿਹੜੇ ਸਾਨੂੰ ਸਾਡੇ ਰੋਗਾਂ ਬਾਰੇ ਵੀ ਦੱਸਦੇ ਤੇ ਰੋਗਾਂ ਦਾ ਦਾਰੂ ਵੀ ਦੱਸਦੇ। ਤਾਈਓ ਸਾਨੂੰ ਸਮਝਾਉਂਦੇ ਸਤਿਗੁਰ ਪੂਰਾ ਵੈਦ ਹੈ, ਪੰਚੇ ਰੋਗ ਅਸਾਧ ਨਿਵਾਰੇ। ਸਤਿਗੁਰੂ ਪੂਰਾ ਵੈਦ ਹੈ ਤੇ ਜਿਹੜੇ ਸਾਨੂੰ ਰੋਗ ਲੱਗੇ ਅਸਾਧ ਰੋਗ, ਉਹਨਾਂ ਰੋਗਾਂ ਦਾ ਸਾਨੂੰ ਦਾਰੂ ਦਿੰਦੇ।
ਇਹ ਸਾਨੂੰ ਰੋਗਾਂ ਤੋਂ ਮੁਕਤ ਕਰ ਦਿੰਦੀ। ਫਿਰ ਇਸ ਵਾਸਤੇ ਸਮਝਾਉਂਦੇ ਵੀ ਸਾਡੇ ਮਨ ਨੂੰ ਰੋਗ ਕਾਹਤੋਂ ਲੱਗਦੇ। ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਸਾਧ ਸੰਗਤ ਨਹੀਂ ਕਰਦੇ, ਫਿਰ ਸਾਡੇ ਮਨ ਨੂੰ ਰੋਗ ਲੱਗਦੇ ਤੇ ਸਾਡਾ ਮਨ ਰੋਗੀ ਹੋ ਜਾਂਦਾ। ਮਹਾਰਾਜ ਫਰਮਾਉਂਦੇ ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਗਏ, ਸਾਡੇ ਮਨ ਨੂੰ ਇਹ ਰੋਗ ਫਿਰ ਵਿਆਪਣਗੇ। ਹਉਮੈ ਦਾ ਰੋਗ, ਸਾਡੇ ਅੰਦਰ ਹਉਮੈ ਆ ਜਾਏਗੀ, ਹੰਕਾਰ ਆ ਜਾਏਗਾ, ਸਾਡੇ ਅੰਦਰ ਲੋਕ ਲੱਜਾ ਆ ਜਾਏਗੀ, ਸਾਡੇ ਅੰਦਰ ਦੁਬਦਾ ਆ ਜਾਏਗੀ, ਵੈਰ ਵਿਰੋਧ ਈਰਖਾ ਨਫ਼ਰਤ ਆ ਜਾਏਗੀ। ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਵਾਂਗੇ, ਉਹਦਾ ਸਿਮਰਨ ਛੱਡ ਦਾਂਗੇ, ਫਿਰ ਸਾਡੇ ਅੰਦਰ ਇਹ ਸਾਰੇ ਰੋਗ ਹੀ ਉਤਪੰਨ ਹੋ ਜਾਂਦੇ। ਫਿਰ ਸਾਡੇ ਅੰਦਰ ਇਹ ਸਾਰੇ ਰੋਗ ਪੈਦਾ ਹੋ ਜਾਂਦੇ। ਤੇ ਇਸ ਵਾਸਤੇ ਫਿਰ ਇਹ ਅਵਸਥਾ ਸਾਡੇ ਮਨਾਂ ਦੀ ਦੇਖ ਕੇ ਫਿਰ ਸਾਨੂੰ ਸਤਿਗੁਰੂ ਕਹਿੰਦੇ ਵੀ ਜਿਹਨੂੰ ਵੀ ਦੇਖਦੇ ਉਹੀਓ ਮਨ ਰੋਗੀ। ਸਿਰਫ ਇੱਕ ਗੁਰੂ ਹੈ ਜਿਹੜਾ ਰੋਗ ਤੋਂ ਰਹਿਤ, ਬਾਕੀ ਸਾਰੀ ਮਨ ਸੀ ਜਿਹੜੇ ਸਾਡੀ ਰੋਗੀ ਹੋ ਗਈ। ਫਰਮਾਉਂਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰੇ ਸਤਿਗੁਰ ਜੋਗੀ। ਸਤਿਗੁਰੂ ਰੋਗ ਤੋਂ ਰਹਿਤ, ਬਾਕੀ ਮਨ ਸਾਰੀ ਰੋਗੀ ਹੋ ਗਈ। ਹੁਣ ਰੋਗੀ ਹੋਇਆ ਹੋਇਆ ਮਨ ਫਿਰ ਦਿਨ ਰਾਤ ਬਿਲਕਦਾ ਫਿਰਦਾ। ਨਾਮ ਨੂੰ ਵਿਸਾਰ ਕੇ ਇਹ ਮਨ ਨੂੰ ਕੁਸ਼ਟ ਰੋਗ ਹੋ ਜਾਂਦਾ, ਕੋੜੀ ਹੋ ਜਾਂਦਾ। ਤੇ ਇਹਦਾ ਜਿਹੜਾ ਵਾਸਾ ਉਹ ਫਿਰ ਨਰਕਾਂ 'ਚ ਹੋ ਜਾਂਦਾ। ਫਿਰ ਦਿਨ ਰਾਤ ਦੁਖੀ ਹੁੰਦਾ, ਸ਼ਾਂਤ ਹੁੰਦਾ ਵਿਚਾਰਾਂ ਦੇ ਵਿੱਚ। ਫਿਰ ਇਹ ਦੁਰਮਤ ਦੀ ਅਗਨ ਦੇ ਵਿੱਚ ਜਲਦਾ ਸੜਦਾ, ਤੇ ਫਿਰ ਇਹ ਇਉਂ ਬਿਲਕਦਾ ਜਿਵੇਂ ਇੱਕ ਕੋਹੜੀ ਜੀਵ ਜਿਹੜਾ ਉਹਨੂੰ ਫਿਰ ਦੁੱਖ ਹੁੰਦਾ, ਉਹਨੂੰ ਤਕਲੀਫ ਹੁੰਦੀ। ਮਹਾਰਾਜ ਦੱਸਦੇ ਵੀ ਕਿਉਂ? ਕਿਉਂਕਿ ਇਹਨੇ ਉਸ ਬਾਣੀ ਨੂੰ ਵਿਸਾਰ ਦਿੱਤਾ, ਨਾਮ ਨੂੰ। ਫਰਮਾਉਂਦੇ ਨੇ ਜੈ ਤਾਣੀ ਬਾਣੀ ਵਿਸਰ ਜਾਈ, ਜਿਉਂ ਪੱਕਾ ਰੋਗੀ ਵਿਲ ਲਾਏ। ਬਈ ਇਹ ਪੱਕਾ ਰੋਗੀ ਹੋ ਗਿਆ, ਇਹ ਫਿਰ ਬਿਲਕਦਾ ਦਿਨ ਰਾਤ, ਫਿਰ ਇਹ ਦੁਖੀ ਹੁੰਦਾ, ਫਿਰ ਇਹ ਅਸ਼ਾਂਤ ਹੁੰਦਾ। ਫਿਰ ਇਹਦੀ ਜਿਹੜੀ ਕਲਪਨਾ ਉਹ ਇਹਨੂੰ ਲੱਗੀ ਰਹਿੰਦੀ, ਅੰਦਰੋਂ ਅੰਦਰ ਹੀ ਇਹ ਝੁਰਦਾ ਹੀ ਰਹਿੰਦਾ, ਦੁਖੀ ਹੁੰਦਾ ਹੀ ਰਹਿੰਦਾ। ਮਹਾਰਾਜ ਫਿਰ ਐਸੀ ਵਾਸਤੇ ਸਮਝਾਉਂਦੇ ਬੈਨ ਨਾਮੇ ਮਨ ਤਨ ਹੈ ਕੁਸ਼ਟੀ, ਵਿੱਚ ਨਰਕੇ ਵਾਸਾ ਪਾਈਂਦਾ। ਬਈ ਨਾਮ ਤੋਂ ਬਿਨਾਂ ਇਹਦੇ ਮਨ ਨੂੰ ਤੇ ਮਨ ਦੇ ਤਨ ਨੂੰ ਜਿਹੜਾ ਕੁਸ਼ਟ ਰੋਗ ਸੀ ਉਹ ਚੱਲ ਗਿਆ, ਕੋੜੀ ਹੋ ਗਈ। ਔਰ ਇਸ ਕਰਕੇ ਫਿਰ ਇਹ ਵਿਲਕਦਾ ਫਿਰਦਾ, ਦੁਖੀ ਹੁੰਦਾ ਫਿਰਦਾ। ਸਤਿਗੁਰੂ ਕਹਿੰਦੇ ਵੀ ਇਹਦੇ ਰੋਗ ਠੀਕ ਹੋ ਸਕਦੇ ਜੇ ਗੁਰੂ ਦੀ ਸ਼ਰਨ ਦੇ ਵਿੱਚ ਆਵੇ। ਹੁਣ ਜਿਹੜੇ ਗੁਰਮੁਖ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਗਏ, ਜਿਨ੍ਹਾਂ ਨੇ ਇਹ ਸਤਿਗੁਰੂ ਵੈਦ ਦੇ ਚਰਨਾਂ ਦੇ ਵਿੱਚ ਗਏ, ਸ਼ਰਨ ਦੇ ਵਿੱਚ ਗਏ, ਉਹਨਾਂ ਦਾ ਜਿਹੜਾ ਰੋਗ ਸੀ ਉਹ ਰੋਗ ਠੀਕ ਹੋ ਗਿਆ। ਤੇ ਫਿਰ ਉਹ ਆਪਾਂ ਨੂੰ ਵੀ ਦੱਸਦੇ, ਜਿਵੇਂ ਆਪਾਂ ਸੰਸਾਰ 'ਚ ਦੇਖਦੇ ਵੀ ਕਿਸੇ ਨੂੰ ਸਰੀਰ ਕਰਕੇ ਕੋਈ ਰੋਗ ਲੱਗ ਜਾਂਦਾ, ਉਹ ਰੋਗ ਫਿਰ ਠੀਕ ਕਿਤੋਂ ਹੋ ਜਾਂਦਾ ਤੇ ਫਿਰ ਉਹ ਅੱਗੇ ਵੀ ਦੱਸਦਾ। ਜਾਂ ਉਹ ਤੋਂ ਜੀ ਪੁੱਛਦੇ ਵੀ ਤੁਹਾਨੂੰ ਵੀ ਆਹ ਰੋਗ ਲੱਗਿਆ ਸੀ, ਤੁਸੀਂ ਕਿੱਥੋਂ ਦਵਾਈ ਲਈ, ਕਿਵੇਂ ਠੀਕ ਹੋਈ? ਫਿਰ ਉਹਨੇ ਜਿੱਥੋਂ ਦਵਾਈ ਜਿਹੜੇ ਡਾਕਟਰ ਤੋਂ ਖਾਧੀ ਹੁੰਦੀ, ਫਿਰ ਉਹਦਾ ਪਤਾ ਦੱਸ ਵੀ ਮੈਂ ਫਲਾਣੇ ਥਾਂ ਤੋਂ ਦਵਾਈ ਲਈ ਤੇ ਮੇਰਾ ਰੋਗ ਸੀ ਜਿਹੜਾ ਉਹ ਠੀਕ ਹੋ ਗਿਆ। ਔਰ ਇਸੇ ਤਰ੍ਹਾਂ ਹੀ ਫਿਰ ਸਾਨੂੰ ਗੁਰਮੁਖ ਦੱਸਦੇ
ਜਿਹੜੇ ਆਪ ਸਤਿਗੁਰ ਦੀ ਸ਼ਰਨ 'ਚ ਗਏ, ਫਿਰ ਉਹ ਆਪ ਨੂੰ ਦੱਸਦੇ ਵੀ ਹੋਰ ਆਪਾ ਅਸੀਂ ਸਾਰੇ ਛੱਡ ਦਿੱਤੇ ਆਪਦੀ ਮੱਤ ਵਾਲੀ। ਜਿਵੇਂ ਜੀਵ ਪਹਿਲਾਂ ਕੋਈ ਰੋਗੀ ਹੁੰਦਾ, ਉਹ ਪਹਿਲਾਂ ਆਪਾ ਕਰਦਾ ਵੀ ਮੈਂ ਆਹ ਪਾ ਕਰ ਲਾਂ, ਵੀ ਆਹ ਕਰ ਲਾਂ। ਜਦੋਂ ਉਹਦਾ ਕੋਈ ਆਪਾ ਕੰਮ ਨਹੀਂ ਕਰਦਾ, ਫਿਰ ਡਾਕਟਰ ਕੋਲ ਜਾਂਦਾ। ਔਰ ਇਸੇ ਤਰ੍ਹਾਂ ਹੀ ਗੁਰਮੁਖ ਕਹਿੰਦੇ ਵੀ ਪਹਿਲਾਂ ਅਸੀਂ ਬਥੇਰੇ ਆਪਾ ਕੀਤੇ, ਬਾਹਰੀ ਸੰਸਾਰ ਦੇ ਬਥੇਰੇ ਕੰਮ ਕੀਤੇ ਚੰਗੇ, ਵੀ ਸਾਡੇ ਮਨ ਨੂੰ ਸ਼ਾਂਤੀ ਆ ਜੇ, ਸਾਡਾ ਮਨ ਸੁਖੀ ਹੋ ਜੇ, ਤੇ ਨਹੀਂ ਹੋਏ। ਹੁਣ ਅਸੀਂ ਸਾਰੇ ਆਪਾ ਛੱਡ ਕੇ ਇੱਕੋ ਹੀ ਦਾਰੂ ਲਿਆ, ਨਾਮ, ਜਿਹਦੇ ਨਾਲ ਸਾਡੇ ਮਨ ਦੇ ਸਾਰੇ ਰੋਗ ਸੀ ਜਿਹੜੇ ਉਹ ਰੋਗ ਖਤਮ ਹੋ ਗਏ। ਜਿਹੜਾ ਇਹਨੂੰ ਤੇਈਆ ਤਾਪ ਚੜ੍ਹਦਾ, ਇਹਦਾ ਤਾਪ ਵੀ ਉਤਰ ਜਾਂਦਾ। ਇਹਨੂੰ ਜਿਹੜਾ ਰੋਗ ਲੱਗਿਆ ਜਨਮ ਮਰਨ ਦਾ, ਇਹਦਾ ਰੋਗ ਵੀ ਮਿਟ ਜਾਂਦਾ। ਜਿਹੜਾ ਇਹ ਦੁਰਮਤ ਦੀ ਅਗਨ 'ਚ ਜਲ ਰਿਹਾ ਸੀ, ਸੜ ਰਿਹਾ ਸੀ, ਤੇ ਸੀਤਲ ਹੋ ਜਾਂਦਾ, ਇਹ ਠੰਡਾ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਅਵਰ ਭਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਰੋਗ ਸੋਗ ਤਾਪ ਸਭ ਮਿਟ ਗਏ, ਸੀਤਲ ਮਨ ਪਏ। ਬਈ ਜਿਹੜੇ ਮਨ ਨੂੰ ਰੋਗ ਲੱਗੇ ਸੀ ਸਾਰੇ ਮਿਟ ਗਏ, ਤੇ ਮਨ ਸੀ ਜਿਹੜਾ ਉਹ ਸੀਤਲ ਹੋ ਗਿਆ, ਠੰਡਾ ਹੋ ਗਿਆ। ਤੇ ਹੋਰ ਸਾਰੇ ਆਪਾ ਛੱਡ ਕੇ ਇੱਕੋ ਹੀ ਦਾਰੂ ਲਿਆ, ਨਾਮ। ਤੇ ਤੁਸੀਂ ਵੀ ਉਹ ਦਾਰੂ ਲਓ। ਉਹ ਦਾਰੂ ਫਿਰ ਆਪਾਂ ਨੂੰ ਕਿੱਥੋਂ ਮਿਲੇ? ਫਿਰ ਉਹ ਆਪਾਂ ਨੂੰ ਦੱਸਦੇ ਵੀ ਸਾਡੇ ਅੰਦਰ ਹੀ ਸਤਿਗੁਰੂ ਬੈਠੇ ਬੈਠ। ਤੁਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਓ, ਉਹਨਾਂ ਦੇ ਕੋਲ ਚਲੇ ਜਾਓ, ਤੇ ਉਹ ਸਾਨੂੰ ਦਾਰੂ ਦੇਣਗੇ। ਫਰਮਾਉਂਦੇ, ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਬਈ ਉਹ ਵੈਦ ਸਾਡੇ ਮੁਖ ਦੇ ਵਿੱਚ ਔਖਦ ਦਾਰੂ ਪਾਉਣਗੇ ਤੇ ਸਾਡੀ ਫਾਹੀ ਕੱਟ ਦੇਣਗੇ। ਜਮਾਂ ਦੀ ਜਿਹੜੀ ਸਾਡੇ ਗਲਾਂ 'ਚ ਪਈ ਮੋਹ ਦੀ ਫਾਹੀ, ਜਿਹੜਾ ਸਾਡੇ ਮਨ ਨੂੰ ਰੋਗ ਲੱਗੇ, ਉਹ ਸਾਰੇ ਰੋਗ ਕੱਟੇ ਜਾਣਗੇ। ਤੁਸੀਂ ਉਹ ਵੈਦ ਕੋਲ ਚਲੇ ਜਾਓ। ਤੇ ਉਹ ਵੈਦ ਕੋਲ ਕਿਵੇਂ ਜਾਈਏ? ਉਹਦੇ ਵਾਸਤੇ ਫਿਰ ਆਪਾਂ ਨੂੰ ਸਾਧਨ ਦੱਸਦੇ ਵੀ ਤੁਸੀਂ ਸਿਮਰਨ ਕਰੋ। ਹੁਣ ਸਾਡਾ ਮਨ ਹੈ ਜਿਹੜਾ ਬਾਹਰ ਮੁਖੀ, ਅਸੀਂ ਬਾਹਰ ਭੱਜਦੇ ਹਾਂ, ਤੇ ਉਹ ਵੈਦ ਸਾਡੇ ਅੰਦਰ ਬੈਠੇ। ਸਾਨੂੰ ਕਹਿੰਦੇ ਬਾਹਰ ਦੀ ਦੌੜ ਛੱਡ ਕੇ ਤੁਸੀਂ ਅੰਤਰਮੁਖੀ ਹੋਵੇ, ਅੰਦਰ ਦੀ ਯਾਤਰਾ 'ਤੇ ਚੱਲੋ। ਹੁਣ ਅੰਤਰਮੁਖੀ ਹੋਣ ਵਾਸਤੇ ਕਹਿੰਦੇ ਸਿਮਰਨ ਕਰ। ਹੁਣ ਮਨ ਸਾਡਾ ਬਾਹਰ ਭੱਜਦਾ ਇਹਨਾਂ ਨੇਤਰ ਰਾਹੀਂ, ਜੋ ਅਸੀਂ ਦੇਖਦੇ ਹਾਂ, ਦੇਖ ਕੇ ਸਾਡਾ ਮਨ ਬਾਹਰ ਭੱਜਦਾ। ਫਿਰ ਉਹ ਸਾਨੂੰ ਵਿਧੀ ਤਰੀਕਾ ਦੱਸਦੇ ਵੀ ਇਹ ਨੇਤਰਾਂ ਨੂੰ ਬੰਦ ਕਰ, ਤਾਂ ਕਿ ਸਾਡਾ ਮਨ ਇੱਥੋਂ ਦੀ ਬਾਹਰ ਨਾ ਭੱਜੇ। ਰਸਨਾ ਦੁਆਰਾ ਜੋ ਅਸੀਂ ਬੋਲਦੇ ਹਾਂ, ਇਹਨਾਂ ਬੋਲਾਂ ਦੁਆਰਾ ਸਾਡਾ ਮਨ ਬਾਹਰ ਜਾਂਦਾ। ਤੇ ਉਹ ਕਹਿੰਦੇ ਰਸਨਾ ਨੂੰ ਸੰਸਾਰ ਦੀਆਂ ਗੱਲਾਂ ਛੱਡ ਕੇ ਤੁਸੀਂ ਸਿਮਰਨ ਕਰਨ 'ਤੇ ਲਾ ਲਓ। ਸਾਡਾ ਮਨ ਇਹਨਾਂ ਕੰਨਾਂ ਰਾਹੀਂ ਬਾਹਰ ਭੱਜ ਜਾਂਦਾ, ਬਾਹਰੋਂ ਆਵਾਜ਼ਾਂ ਸੁਣਦਾ ਤੇ ਦੂਰ ਚਲਾ ਜਾਂਦਾ ਵੀ ਕਾਹਦੀ ਆਵਾਜ਼ ਆਈ, ਕਿੱਥੋਂ ਆਵਾਜ਼ ਆਈ। ਹੁਣ ਇਹਨਾਂ ਕੰਨਾਂ ਨੂੰ ਕਹਿੰਦੇ ਆਵਾਜ਼ ਨੂੰ ਆਪਦੀ ਨੂੰ ਹੀ ਸੁਣਨ 'ਤੇ ਲਾ ਲਓ। ਜਦੋਂ ਅਸੀਂ ਹੁਣ ਇਹ ਵਿਧੀ ਤਰੀਕਾ ਅਪਣਾਵਾਂਗੇ, ਸਾਡਾ ਮਨ ਬਾਹਰੋਂ ਇਹ ਅੰਤਰਮੁਖੀ ਹੋ ਜਾਏਗਾ। ਇਹ ਫਿਰ ਆਪਾਂ ਨੂੰ ਵਿਧੀ ਤਰੀਕਾ ਦੱਸਦੇ ਸਤਿਗੁਰੂ। ਰਸਨਾ ਉਚਰੇ ਹਰ ਸਰਬਣੀ ਸੁਣੇ ਸੋਧਰੇ ਮਿੱਤ। ਬਈ ਜਿਹਨੇ ਵਿਧੀ ਤਰੀਕਾ ਅਪਣਾ ਲਿਆ, ਉਹਦਾ ਆਧਾਰ ਹੋ ਜਾਣ, ਉਹਨੇ ਅੰਤਰਮੁਖੀ ਹੋ ਜਾਣਾ, ਉਹਦਾ ਮਨ ਬਾਹਰੋਂ ਅੰਦਰ ਆ ਜਾਣਾ। ਜਦੋਂ ਅਸੀਂ ਬਾਹਰੋਂ ਅੰਤਰਮੁਖੀ ਹੋ ਜਾਵਾਂਗੇ ਤੇ ਅੰਦਰ ਸਾਡੇ ਸਤਿਗੁਰੂ ਬੈਠੇ ਬੈਠ, ਫਿਰ ਅਸੀਂ ਉਹਨਾਂ ਪਾਸ ਚਲੇ ਜਾਵਾਂਗੇ ਤੇ ਉਹ ਸਾਨੂੰ ਔਖਦ ਦੇਣਗੇ ਦਰ। ਹੁਣ ਤਾਂ ਕਰਕੇ ਫਿਰ ਸਾਨੂੰ ਸਮਝਾਉਂਦੇ ਵੀ ਬਾਹਰ ਨਹੀਂ, ਬਾਹਰ ਭਰਮ ਹੈ।
ਮਨ ਨੂੰ ਕਹਿੰਦੇ ਤੂੰ ਬਾਹਰ ਕੀ ਲੱਭਦਾ ਹੈ, ਸਾਰਾ ਕੁਛ ਤਾਂ ਤੇਰੇ ਅੰਦਰ ਹੀ ਪਿਆ, ਘਰ ਦੇ ਵਿੱਚ ਮੌਜੂਦ ਸੀ। ਇਹ ਮਨ ਮੇਰੇ ਆ, ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਵੀ ਸਾਰਾ ਕੁਛ ਘਰ ਦੇ ਵਿੱਚ ਹੀ ਹੈ, ਅੰਦਰ ਹੀ ਹੈ। ਜੇ ਤੂੰ ਬਾਹਰ ਲੱਭੇਗਾ, ਬਾਹਰ ਟੋਲੇਗਾ, ਬਾਹਰ ਭਰਮ ਹੈ। ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭਲਾਈ। ਹੁਣ ਜਿਹੜੇ ਜੀਵ ਨੂੰ ਨਹੀਂ ਭੇਦ, ਨਹੀਂ ਸੋਝੀ, ਨਹੀਂ ਗੁਰੂ ਦੀ ਮੱਤ ਲਈ, ਉਹ ਪਰਮਾਤਮਾ ਨੂੰ ਬਾਹਰ ਲੱਭਦਾ ਫਿਰਦਾ ਵੀ ਪਰਮਾਤਮਾ ਸ਼ਾਇਦ ਮੈਂ ਕਿਤੇ ਜੰਗਲਾਂ 'ਚ ਚਲਾ ਜਾਵਾਂ, ਜਾਂ ਮੈਂ ਜਾ ਕੇ ਗੁਫਾਵਾਂ ਦੇ ਵਿੱਚ ਬੈਠ ਜਾਂ ਮੈਂ ਤੀਰਥਾਂ 'ਤੇ ਚਲਾ ਜਾਵਾਂ, ਵੀ ਉੱਥੇ ਜਾ ਕੇ ਮੈਨੂੰ ਰੱਬ ਮਿਲ ਜੇ। ਅਤੇ ਮਾਲਕ ਸਾਡੇ ਅੰਦਰ ਬੋਲ ਰਿਹਾ, ਉਹ ਅੰਦਰ ਆਵਾਜ਼ ਦਿੱਤੀ ਜਾਂਦਾ ਵੀ ਤੂੰ ਘਰ ਆ ਜਾ। ਮਨ ਹੈ ਜਿਹੜਾ ਉਹ ਬਾਹਰ ਭੱਜਿਆ ਫਿਰ। ਤਾਂ ਫਿਰ ਮਨ ਨੂੰ ਸਮਝਾਉਂਦੇ, ਇਸ ਕਾਇਆ ਅੰਦਰ ਆਪ ਵਸੇ, ਲੱਖ ਨਾ ਲਖਿਆ ਜਾਈ, ਮਨਮੁਖ ਮੁਗਧ ਬੂਝੇ ਨਹੀਂ, ਬਾਹਰ ਭਾਲਣ ਜਾਈ। ਵੀ ਜਿਹੜਾ ਮਨਮੁਖ ਹੈ, ਮੂਰਖ, ਉਹ ਬਾਹਰ ਭਾਲਦਾ ਹੈ। ਮਾਲਕ ਸਾਡੇ ਅੰਦਰ ਬੋਲਦਾ। ਹੁਣ ਮਾਲਕ ਸਾਡੇ ਅੰਦਰ ਦਿਨ ਰਾਤ ਬੋਲ ਰਹੀ ਹੈ, ਲਗਾਤਾਰ ਉਹ ਬੋਲੀ ਜਾ ਰਿਹਾ। ਜਿਉਂ ਆਪ ਨੂੰ ਇਹ ਆਕਾਰ ਮਿਲਿਆ, ਜਿੰਨਾ ਸਮਾਂ ਇਹ ਸਰੀਰ ਰਹਿਣਾ, ਮਾਲਕ ਨੇ ਸਾਡੇ ਅੰਦਰ ਬੋਲਦਾ ਹੀ ਰਹਿਣਾ, ਉਹ ਚੁੱਪ ਕਰਦਾ ਹੀ ਨਹੀਂ। ਹੁਣ ਮਾਲਕ ਸਾਡੇ ਅੰਦਰ ਆਵਾਜ਼ ਦਿੱਤੀ ਜਾਂਦਾ, ਪਰ ਮਨ ਹੈ ਜਿਹੜਾ ਉਹ ਬੋਲਾ ਹੋ ਗਿਆ। ਉਹ ਬੋਲਾ ਹੋਇਆ ਮਨ ਨੂੰ ਸੁਣਦਾ ਹੀ ਨਹੀਂ ਮਾਲਕ ਦੀ ਆਵਾਜ਼। ਹੁਣ ਇਸ ਅਵਸਥਾ 'ਚ ਫਿਰ ਮਨ ਜਦੋਂ ਬੋਲਾ ਹੋਇਆ ਮਾਲਕ ਦੀ ਆਵਾਜ਼ ਨੂੰ ਨਹੀਂ ਸੁਣਦਾ, ਫਿਰ ਇਹ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ, ਫਿਰ ਇਹ ਮਾਲਕ ਨੂੰ ਨਹੀਂ ਦੇਖਦਾ। ਫਿਰ ਉਦੋਂ ਇਹਨੂੰ ਕਹਿੰਦੇ ਮਨ ਨੂੰ ਵੀ ਇਹ ਮਾਇਆ ਧਾਰੀ ਹੈ, ਇਹਨੇ ਮਾਇਆ ਨੂੰ ਧਾਰਨ ਕੀਤਾ ਹੋਇਆ, ਮਾਇਆ ਨੂੰ ਹੀ ਦੇਖਦਾ ਹੈ, ਮਾਇਆ ਨੂੰ ਹੀ ਸੁਣਦਾ ਹੈ ਅਤੇ ਮਾਇਆ ਦੀਆਂ ਗੱਲਾਂ ਕਰਦਾ। ਮਾਰੇ ਕਹਿੰਦੇ ਮਾਇਆ ਧਾਰੀ ਆਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਵੀ ਮਾਇਆ ਧਾਰੀ ਹੋ ਗਿਆ ਅਤੇ ਅੰਨਾ ਹੋ ਗਿਆ ਅਤੇ ਬੋਲਾ ਹੋ ਗਿਆ। ਹੁਣ ਅਸੀਂ ਅੰਨੇ ਅਤੇ ਬੋਲੇ ਖੁਦ ਹੋਏ ਅਤੇ ਕਈ ਜੀਵ ਕਹਿੰਦੇ ਵੀ ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦੇ ਵੀ ਰੱਬ ਕਿਹੜਾ ਬੋਲਾ ਹੈ, ਵੀ ਉੱਚੀ ਬੋਲ ਕੇ ਕਿਹਨੂੰ ਸੁਣਾਉਣਾ। ਵੀ ਪਰਮਾਤਮਾ ਕੋਈ ਬੋਲਾ ਥੋੜ੍ਹੀ ਹੈ ਜਿਹੜਾ ਇੰਨਾ ਉੱਚੀ ਸਿਮਰਨ ਕਰਦੀ। ਹੁਣ ਉਹਨਾਂ ਨੂੰ ਇਹ ਨਹੀਂ ਭੇਦ ਵੀ ਪਰਮਾਤਮਾ ਬੋਲਾ ਨਹੀਂ, ਅਸੀਂ ਬੋਲੇ ਹੋਏ। ਸਾਡਾ ਮਨ ਹੈ ਜਿਹੜਾ ਉਹ ਮਨ ਬੋਲਾ ਹੋਇਆ ਉਹ ਨਹੀਂ ਸੁਣਦਾ। ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਨਹੀਂ ਸੁਣਦਾ, ਉਹ ਸੁਣਦਾ ਬਾਹਰ ਭੱਜ ਜਾਂਦਾ ਵਿਚਾਰਾਂ 'ਚ, ਫੁਰਨਿਆਂ 'ਚ। ਸਿਮਰਨ ਕਰਦੇ ਹਾਂ ਆਪਦੀ ਆਵਾਜ਼ ਨੂੰ, ਤਾਂ ਨਹੀਂ ਸੁਣਦਾ, ਤਾਂ ਭੱਜ ਜਾਂਦਾ ਬਾਹਰ ਵਿਚਾਰਾਂ ਦੇ ਵਿੱਚ। ਪਰਮਾਤਮਾ ਦਾ ਅੰਤਰਜਾਮੀ, ਉਹ ਤਾਂ ਸਾਡੇ ਅੰਦਰ ਦੀ ਜਾਣਦਾ, ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਰਮਾਤਮਾ ਬੋਲਾ ਨਹੀਂ ਹੈ, ਸਾਡਾ ਮਨ ਹੈ ਜਿਹੜਾ ਇਹ ਮਨ ਬੋਲਾ ਹੋ ਗਿਆ ਅਤੇ ਮਨ ਅੰਨਾ ਹੋ ਗਿਆ। ਹੁਣ ਜਿਹੜਾ ਬੋਲਾ ਜੀਵ ਹੋਵੇ, ਬੋਲੇ ਕੋਲ ਉੱਚੀ ਬੋਲਣਾ ਪੈਂਦਾ, ਕਿਉਂਕਿ ਬੋਲੇ ਨੂੰ ਸੁਣਦਾ ਨਹੀਂ। ਹੁਣ ਮਨ ਬੋਲਾ ਹੋਇਆ ਅਤੇ ਤਾਂ ਕਰਕੇ ਉੱਚੀ ਬੋਲਦੇ ਹਾਂ ਵੀ ਬੋਲੇ ਆ ਮਨਾ ਤੂੰ ਸੁਣ, ਅਤੇ ਸੁਣ ਕੇ ਤੂੰ ਜਾਗ ਪਵੇਂ, ਜਿਹੜਾ ਤੂੰ ਸੁੱਤਾ ਪਿਆ ਭਰਮ ਦੇ ਵਿੱਚ। ਹੁਣ ਇਸ ਵਾਸਤੇ ਫਿਰ ਇਹ ਮਨ ਨੂੰ ਸਮਝਾਇਆ ਜਾਂਦਾ, ਮਨ ਨੂੰ ਭੇਦ ਦਿੱਤਾ ਜਾਂਦਾ। ਜਿਹੜਾ ਆਪਾਂ ਹੁਣ ਗੁਰਬਾਣੀ ਪੜ੍ਹਦੇ ਹਾਂ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਪੜ੍ਹਨਾ ਬਈ ਪਰਮਾਤਮਾ ਦੇਖ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਸੁਣ। ਮਨ ਨੂੰ ਸੁਣਾਉਣ ਵਾਸਤੇ ਸਾਰੀ ਗੁਰਬਾਣੀ ਗੁਰੂ ਵਿੱਚ ਮਨ ਨੂੰ ਉਪਦੇਸ਼ ਦਿੱਤਾ ਜਾ ਰਿਹਾ, ਮਨ ਨੂੰ ਸਮਝਾਇਆ ਜਾ ਰਿਹਾ।
ਹੁਣ ਆਪਾਂ ਬਾਣੀ ਜਦੋਂ ਪੜ੍ਹਦੇ ਮਨ ਨੂੰ ਸੁਣਾਉਣਾ ਵੀ ਤੂੰ ਸੁਣ ਧਿਆਨ ਦੇ ਨਾਲ ਤੇ ਤੂੰ ਸਮਝ ਤੇ ਵਿਚਾਰ ਵੀ ਸਤਿਗੁਰੂ ਕੀ ਉਪਦੇਸ਼ ਕਰ। ਹੁਣ ਇਸੇ ਤਰ੍ਹਾਂ ਹੀ ਸਿਮਰਨ ਹੈ, ਜਿਹੜਾ ਅਸੀਂ ਸਿਮਰਨ ਕਰਨਾ ਉਹ ਕੋਈ ਰੱਬ ਨੂੰ ਸੁਣਾਉਣ ਵਾਸਤੇ ਥੋੜ੍ਹੀ ਕਰਨਾ, ਉਹ ਤਾਂ ਅਸੀਂ ਮਨ ਨੂੰ ਸੁਣਾਉਣਾ ਵੀ ਤਾਂ ਕਿ ਮਨ ਹੈ ਜਿਹੜਾ ਸੁੱਤਾ ਪਿਆ ਭਰਮ ਦੇ ਵਿੱਚ ਸੁੱਤਾ ਹੋਇਆ ਜਾਗੇ। ਜਦ ਤੱਕ ਮਨ ਹੁਣ ਸੁੱਤਾ ਹੋਇਆ ਉਹਨਾਂ ਸਮਾਂ ਇਹ ਗੁਰਬਾਣੀ ਗੁਰੂ ਨੂੰ ਨਹੀਂ ਮੰਨਦਾ। ਉਹਦਾ ਬੇਸ਼ੱਕ ਜੀਵ ਕਹੀ ਜਾਂਦਾ ਵੀ ਅਸੀਂ ਗੁਰਬਾਣੀ ਨੂੰ ਗੁਰੂ ਮੰਨਦੇ, ਪਰ ਗੁਰੂ ਦਾ ਕਹਿਣਾ ਅਸੀਂ ਉਦੋਂ ਮੰਨਾਂਗੇ ਜਦੋਂ ਸਾਡਾ ਮਨ ਜਾਗੇਗਾ। ਜਦ ਤੱਕ ਇਹ ਸੁੱਤਾ ਪਿਆ ਸੁੱਤੇ ਨੂੰ ਜੋ ਮਰਜ਼ੀ ਕਹੀ ਜਾਓ, ਇਹਨੂੰ ਸਮਝ ਹੀ ਨਹੀਂ ਲੱਗਦੀ ਬਈ ਮੈਨੂੰ ਕੀ ਕਹਿ ਰਹੇ ਨੇ, ਕੀ ਮੈਨੂੰ ਸਮਝਾ ਰਹੇ ਨੇ। ਜਿਵੇਂ ਬੱਚਾ ਸੁੱਤਾ ਪਿਆ ਹੋਵੇ, ਮਾਂ ਪਿਓ ਜੋ ਮਰਜ਼ੀ ਕਹੀ ਜਾਣ, ਉਹ ਸੁੱਤਾ ਹੋਏ ਨੂੰ ਪਤਾ ਹੀ ਨਹੀਂ ਵੀ ਮੈਨੂੰ ਕੀ ਕਹਿੰਦੇ ਨੇ। ਜਦੋਂ ਸੁੱਤਾ ਹੋਇਆ ਜਾਗੇਗਾ ਫਿਰ ਉਹ ਕਹਿਣਾ ਮੰਨੇਗਾ। ਹੁਣ ਇਸੇ ਤਰ੍ਹਾਂ ਹੀ ਮਨ ਜਦ ਤੱਕ ਸੁੱਤਾ ਹੈ ਉਹਨਾਂ ਸਮਾਂ ਇਹ ਗੁਰਬਾਣੀ ਗੁਰੂ ਦੇ ਆਖੇ ਨਹੀਂ ਲੱਗਦਾ, ਉਹਨਾਂ ਸਮਾਂ ਕਹਿਣਾ ਨਹੀਂ ਮੰਨਦਾ। ਜਦੋਂ ਮਨ ਆਪਣਾ ਜਾਗੇਗਾ, ਜਾਗਤ ਅਵਸਥਾ 'ਚ ਆਏਗਾ, ਫਿਰ ਜੋ ਮਨ ਨੂੰ ਕਹਿਣਗੇ ਫਿਰ ਇਹ ਮੰਨੇਗਾ। ਜਦੋਂ ਮਨ ਜਾਗਦਾ ਫਿਰ ਜਾਗ ਕੇ ਮਨ ਨੂੰ ਕਹਿੰਦੇ ਵੀ ਇਸ਼ਨਾਨ ਕਰ ਲੈ, ਫਿਰ ਇਹ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰ ਲੇਗਾ। ਫਿਰ ਇਹਨੂੰ ਕਹਿਣਗੇ ਵੀ ਹੁਣ ਸਿਵਸਲਾ ਦਾ ਕੱਪੜਾ ਪਾ ਲੈ, ਤੇ ਫਿਰ ਇਹ ਕੱਪੜਾ ਪਹਿਨ ਲੇਗਾ। ਫਿਰ ਇਹਨੂੰ ਜਾਗੇ ਨੂੰ ਕਹਿਣਗੇ ਵੀ ਹੁਣ ਭੋਜਨ ਕਰ ਲੈ, ਫਿਰ ਇਹ ਅੰਮ੍ਰਿਤ ਰਸ ਛਕ ਲੇਗਾ, ਭੋਜਨ ਕਰ ਲੇਗਾ। ਫਿਰ ਇਹਨੂੰ ਕਹਿਣਗੇ ਜਾਗੇ ਨੂੰ ਵੀ ਹੁਣ ਵਣਜ ਕਰ ਲੈ, ਵਪਾਰ ਕਰ ਲੈ, ਤੇ ਫਿਰ ਇਹ ਜਾਗਿਆ ਹੋਇਆ ਵਣਜ ਕਰੇਗਾ, ਵਪਾਰ ਕਰੇਗਾ। ਜਾਣੀ ਦੀ ਜਦ ਤੱਕ ਇਹ ਜਾਗਦਾ ਨਹੀਂ ਉਹਨਾਂ ਸਮਾਂ ਤਾਂ ਇਹ ਸੁਪਨਾ ਦੇਖ ਰਿਹਾ, ਸੁੱਤਾ ਹੋਇਆ ਸੁਪਨੇ ਦੇ ਵਿੱਚ ਚੱਲ ਰਹੀ ਹੈ। ਹੁਣ ਸੁੱਤਾ ਕਿਵੇਂ ਹੈ? ਇਹਨਾਂ ਵਿਚਾਰਾਂ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ। ਚਾਹੇ ਉਹ ਵਿਚਾਰ ਸਾਡੇ ਅੰਦਰ ਰਜੋਗੁਣੀ ਚੱਲਦੇ ਨੇ, ਜਿਹਦੇ ਵਿੱਚ ਇਹ ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ ਸਹਿੰਸੇ ਫਿਕਰ ਨੇ, ਚਾਹੇ ਸਾਡੇ ਵਿਚਾਰ ਤਮੋਗੁਣੀ ਨੇ, ਜਿਹਦੇ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਨਿੰਦਿਆ ਚੁਗਲੀ ਦਵੈਤ ਦੁਵਿਧਾ ਈਰਖਾ ਨਫ਼ਰਤ ਹੈ, ਚਾਹੇ ਸਾਡੇ ਵਿਚਾਰ ਸਤੋਗੁਣੀ ਨੇ, ਜਿਹਦੇ ਵਿੱਚ ਦਇਆ ਨਰਮਤਾ ਸਹਿਣਸ਼ੀਲਤਾ ਸਬਰ ਤੇ ਸੰਤੋਖ ਹੈ, ਪੁੰਨ ਦਾਨ ਹੈ। ਹੁਣ ਇਹਨਾਂ ਵਿਚਾਰਾਂ ਦੇ ਵਿੱਚ ਜਦੋਂ ਸਾਡਾ ਮਨ ਉਦੋਂ ਇਹ ਸੁੱਤਾ ਹੋਇਆ, ਇਹਨਾਂ ਵਿਚਾਰਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਤਿਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਣ, ਕਿ ਜੀਵ ਦਾ ਸਾਰਾ ਜੀਵਨ ਸੁੱਤੇ ਦਾ ਹੀ ਲੰਘ ਜਾਂਦਾ। ਇਹਨਾਂ ਤ੍ਰੈ ਗੁਣਾਂ ਦੇ ਵਿੱਚ ਸੁੱਤਾ ਹੋਇਆ ਜਾਗਦਾ ਨਹੀਂ, ਸੁੱਤੇ ਦੀ ਰਾਤ ਬੀਤਦੀ ਜਾ ਰਹੀ ਹੈ ਤੇ ਸੁੱਤੇ ਨੂੰ ਕਹਿੰਦੇ ਜਾਗ। ਹੁਣ ਜਦੋਂ ਅਸੀਂ ਜਾਗਾਂਗੇ ਫਿਰ ਹੀ ਸਾਡਾ ਸਵੇਰਾ ਹੈ, ਫਿਰ ਹੀ ਸਾਡਾ ਅੰਮ੍ਰਿਤ ਵੇਲਾ। ਜਿਵੇਂ ਹੁਣ ਆਪਾਂ ਰਾਤ ਨੂੰ ਸੌਂ ਜਾਂਦੇ ਹਾਂ ਤੇ ਸੁੱਤੇ ਹੋਏ ਕੋਸ਼ਿਸ਼ ਕਰਦੇ ਵੀ ਸਵੇਰ ਨੂੰ ਸਾਜਰੇ ਜਾਗੀ, ਇਹ ਤਨ ਦਾ ਜਾਗਣਾ ਹੈ, ਮਨ ਦਾ ਜਾਗਣਾ ਨਹੀਂ। ਹੁਣ ਜੇ ਜੀਵ ਇਹ ਖੇਲ ਨੂੰ ਨਹੀਂ ਸਮਝਦਾ, ਹੁਣ ਜਦੋਂ ਅਸੀਂ ਰਾਤ ਨੂੰ ਘਰ ਜਾਂਦੇ ਹਾਂ, ਆਪਣੇ ਦੇਸ਼ ਚਲੇ ਜਾਂਦੇ, ਜਿੱਥੇ ਜਾ ਕੇ ਅਸੀਂ ਸੁਪਨਾ ਦੇਖਦੇ ਹਾਂ ਉਹ ਸਾਡਾ ਦੇਸ਼ ਹੈ ਪਰਲੋਕ, ਉੱਥੇ ਜਾ ਕੇ ਅਸੀਂ ਜਾਗੇ ਹੁੰਦੇ ਹਾਂ, ਅਸੀਂ ਪਰਮਾਤਮਾ ਦੇ ਕੋਲ ਹੁੰਦੇ ਹਾਂ। ਹੁਣ ਜੀਵ ਸਵੇਰ ਨੂੰ ਉੱਠਿਆ ਇਸ ਵਾਸਤੇ ਵੀ ਮੈਂ ਉੱਠ ਕੇ ਪਾਠ ਕਰਾਂ, ਮੈਂ ਸਿਮਰਨ ਕਰਾਂ, ਜਾਂ ਮੈਂ ਸੇਵਾ ਕਰਾਂ, ਗੁਰੂ ਘਰ ਜਾਵਾਂ। ਹੁਣ ਉੱਠਣ ਸਾਰੀ ਮਨ ਸੀ ਜਿਹੜਾ ਉਹ ਵਿਚਾਰਾਂ 'ਚ ਚਲਾ ਗਿਆ, ਉੱਠੇ ਤੇ ਮਨ ਸਹਿੰਸੇ ਫਿਕਰ ਚਿੰਤਾਵਾਂ ਦੇ ਵਿੱਚ ਚਲਾ ਗਿਆ, ਮਨ ਦੁਵਿਧਾ ਦੇ ਵਿੱਚ ਚਲਾ ਗਿਆ, ਈਰਖਾ ਨਫ਼ਰਤ 'ਚ ਚਲਾ ਗਿਆ, ਹਉਮੈ ਹੰਕਾਰ 'ਚ ਚਲਾ ਗਿਆ। ਸਤਿਗੁਰੂ ਕਹਿੰਦੇ ਵੀ ਇਹ ਜੇ ਜਾਗਣ ਨਾਲੋਂ ਤਾਂ ਤੁਸੀਂ ਸੁੱਤੇ ਹੀ ਚੰਗੇ ਸੀ। ਤੁਸੀਂ ਇਹ ਸੋਚੋ ਤਾਂ ਸਹੀ ਵੀ ਜਦੋਂ ਤੁਸੀਂ ਸੁੱਤੇ ਸੀ ਉਦੋਂ ਤੁਹਾਨੂੰ ਕੋਈ ਚਿੰਤਾ ਕੋਈ ਫਿਕਰ ਤਾਂ ਨਹੀਂ ਸੀ, ਉਦੋਂ ਤੁਹਾਡੇ ਅੰਦਰ ਵਿਚਾਰ ਤਾਂ ਨਹੀਂ ਸੀ ਚੱਲਦੇ, ਤੁਸੀਂ ਦੁਖੀ ਤਾਂ ਨਹੀਂ ਸੀ।
ਤੇ ਤੁਸੀਂ ਉੱਠੇ ਤੇ ਉਦੋਂ ਤਾਂ ਤੁਸੀਂ ਦੁਖੀ ਹੋ ਗਏ, ਇੱਥੇ ਆ ਕਿੱਥੋਂ। ਐਸੇ ਜਾਗਣ ਦੇ ਨਾਲੋਂ ਸਾਨੂੰ ਮਹਾਰਾਜ ਕਹਿੰਦੇ ਵੀ ਸੁਪਨਾ ਭਲਾ, ਕਿਉਂਕਿ ਉਦੋਂ ਅਸੀਂ ਸੁਪਨੇ 'ਚ ਆਪਣੇ ਘਰ ਵੱਸਦੇ। ਮਹਾਰਾਜ ਫਰਮਾਉਂਦੇ ਜਾਗਣੇ ਤੇ ਸੁਪਨਾ ਭਲਾ, ਬਸੀਏ ਪ੍ਰਭ ਕੀ ਸੰਗ। ਬਈ ਇਹ ਜੇ ਜਾਗਣ ਦੇ ਨਾਲੋਂ ਸੁਪਨਾ ਭਲਾ, ਸੁੱਤੇ ਹੀ ਚੰਗਾ ਜੀਵ। ਕਮ ਸੇ ਕਮ ਸੁੱਤੇ ਦੇ ਅੰਦਰ ਵੈਰ ਵਿਰੋਧਤਾ ਨਹੀਂ, ਸੁੱਤੇ ਦੇ ਅੰਦਰ ਸਹਿੰਸੇ ਫਿਕਰ ਚਿੰਤਾ ਤਾਂ ਨਹੀਂ ਕਿਸੇ ਕਿਸਮ ਦੀ ਵੀ ਮੈਂ ਆਹ ਕੰਮ ਕਰਨਾ ਆਹ ਕਰਨਾ। ਉੱਠਿਆ ਤੇ ਸਹਿੰਸੇ ਫਿਕਰ ਚਿੰਤਾਵਾਂ 'ਚ ਚਲਾ ਗਿਆ, ਤੇ ਇਹ ਜੇ ਜਾਗਣ ਨਾਲੋਂ ਸੁੱਤਾ ਚੰਗਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤਨ ਦਾ ਜਾਗਣਾ ਹੋਰ ਹੈ, ਮਨ ਦਾ ਜਾਗਣਾ ਹੋਰ ਹੈ। ਗੁਰਬਾਣੀ ਗੁਰੂ ਸਾਡੇ ਮਨ ਨੂੰ ਸਮਝਾਉਂਦੇ, ਜਦੋਂ ਸਾਡਾ ਮਨ ਜਾਗੇਗਾ ਫਿਰ ਸਾਡਾ ਸਵੇਰਾ ਤੇ ਫਿਰ ਸਾਡਾ ਅੰਮ੍ਰਿਤ ਵੇਲਾ। ਤਾਈਓ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਸਮਝਾਉਂਦੇ ਵੀ ਤੇਰੇ ਸੁੱਤੇ ਦੀ ਰਾਤ ਨਾ ਲੰਘ ਜੇ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਨਾ ਵੀ ਸੁੱਤਿਆਂ ਦਾ ਹੀ ਨਾ ਸਾਰੀ ਰਾਤ ਲੰਘ ਜੇ, ਵੀ ਸਵੇਰੇ ਤੜਕੇ ਉੱਠੀਏ, ਅੰਮ੍ਰਿਤ ਵੇਲੇ ਉੱਠੀਏ ਜੀ। ਹੁਣ ਇਸੇ ਤਰ੍ਹਾਂ ਹੀ ਸਾਡੇ ਮਨ ਨੂੰ ਸਮਝਾਉਂਦੇ ਵੀ ਤੇਰੇ ਸੁੱਤੇ ਦੀ ਕਿਤੇ ਜੀਵਨ ਦੀ ਰਾਤ ਨਾ ਬੀਤ ਜੀ। ਇਹ ਨਾ ਹੋਵੇ ਤੂੰ ਸਾਰੀ ਉਮਰ ਸੁੱਤਾ ਹੀ ਰਵੇਂ, ਤੂੰ ਜਾਗੇ ਹੀ ਨਾ। ਬਈ ਤੂੰ ਸੁੱਤਾ ਨਾ ਰਹੇ, ਹੁਣ ਤੂੰ ਜਾਗ, ਤੇ ਤੇਰੇ ਜੀਵਨ ਦੀ ਜਿਹੜੀ ਰਾਤ ਉਹ ਬੀਤਦੀ ਜਾ ਰਹੀ। ਮਹਾਰਾਜ ਤਾਈਓ ਫਰਮਾਉਂਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਜਿਵੇਂ ਸਾਡੇ ਜੀਵਨ ਦੇ 4 ਪਹਿਰ ਦੱਸ ਦਿੱਤੇ, ਇਸੇ ਤਰ੍ਹਾਂ ਜਿਵੇਂ 4 ਪਹਿਰ ਦੀ ਰਾਤ ਹੈ, 4 ਪਹਿਰ ਦਾ ਦਿਨ ਹੈ, 4 ਪਹਿਰ ਦੀ ਰਾਤ, ਤੇ ਰਾਤ 4 ਪਹਿਰ ਬੀਤ ਜਾਂਦੀ। ਹੁਣ ਇਸੇ ਤਰ੍ਹਾਂ ਹੀ ਸਾਨੂੰ ਕਹਿੰਦੇ ਸਾਡੇ ਜੀਵਨ ਦੀ ਰਹਿਣ ਕਿਤੇ ਇਹ ਨਾ ਹੋਵੇ ਵੀ ਸਾਡੇ 4 ਪਹਿਰ ਸੁੱਤਿਆਂ ਦੀ ਲੰਘ ਜਾਣ, ਵੀ ਅਸੀਂ ਜਾਗੀਏ ਹੀ ਨਾ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਮਨ ਨੂੰ ਵੀ ਤੂੰ ਜਾਗ, ਸੁੱਤਾ ਨਾ ਰਹੇ, ਭਰਮ ਦੇ ਵਿੱਚ ਨਾ ਰਹੇ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਮਾਲਕ ਸਾਡੇ ਅੰਦਰ ਬੋਲ ਰਿਹਾ, ਅਸੀਂ ਸੁੱਤੇ ਪਏ ਹਾਂ ਤਾਂ ਸਾਨੂੰ ਸੁਣਦਾ ਨਹੀਂ। ਮਾਲਕ ਸਾਨੂੰ ਦੇਖ ਰਿਹਾ, ਅੰਦਰੋਂ ਵੀ ਦੇਖਦਾ, ਬਾਹਰੋਂ ਵੀ ਦੇਖਦਾ, ਅਸੀਂ ਮਾਲਕ ਨੂੰ ਦੇਖਦੇ ਨਹੀਂ, ਕਿਉਂਕਿ ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ, ਅਸੀਂ ਸੁੱਤੇ ਪਏ, ਸੁੱਤਿਆਂ ਨੂੰ ਕੁਛ ਦਿਖਾਈ ਨਹੀਂ ਦਿੰਦਾ। ਫਿਰ ਇਸ ਲਈ ਮਨ ਨੂੰ ਕਹਿੰਦੇ ਬਈ ਇਹ ਜਿਹੜਾ ਜੱਗ ਹੈ, ਜਿਹੜਾ ਤੂੰ ਸੁੱਤਾ ਪਿਆ ਦੇਖ ਰਿਹਾ, ਤੂੰ ਸੁਪਨਾ ਦੇਖ ਰਿਹਾ, ਤੇ ਇਹ ਸੁਪਨੇ ਨੂੰ ਤੂੰ ਸੱਚ ਕਰਕੇ ਮੰਨਿਆ ਹੋਇਆ, ਤੇ ਜਿਹੜਾ ਸੱਚ ਪਰਮਾਤਮਾ ਵਾਹਿਗੁਰੂ ਉਹ ਸੱਚ ਨੂੰ ਤੂੰ ਭੁੱਲੀ ਬੈਠਾ। ਤੇ ਇਸ ਲਈ ਮਨ ਨੂੰ ਸਮਝਾਉਂਦੇ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰਗ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਨ। ਹੁਣ ਸਾਡੇ ਮਨ ਨੇ ਇਹ ਸੁਪਨੇ ਨੂੰ ਹੀ ਸੱਚ ਕਰਕੇ ਮੰਨਿਆ ਹੋਇਆ। ਇਹ ਸਮਝਦਾ ਵੀ ਆਹ ਮੇਰਾ ਘਰ-ਬਾਰ ਹੈ, ਇਹ ਮੇਰਾ ਪਰਿਵਾਰ, ਇਹ ਮੇਰੇ ਧੀਆਂ ਪੁੱਤਰ ਨੇ, ਵੀ ਮੈਂ ਕਿਹੜਾ ਇੱਥੋਂ ਜਾਣਾ, ਮੇਰਾ ਤਾਂ ਸਾਰਾ ਕੁਛ ਇਹੀ ਹੈ। ਤੇ ਮਹਾਰਾਜ ਕਹਿੰਦੇ ਸੁਪਨਾ ਹੈ, ਤੂੰ ਜਾਗੇਂਗਾ ਤੇ ਫਿਰ ਤੈਨੂੰ ਪਤਾ ਲੱਗੂ ਵੀ ਸੁਪਨਾ ਹੈ। ਹੁਣ ਜਦੋਂ ਮਨ ਜਾਗਦਾ ਫਿਰ ਇਹਦਾ ਸੁਪਨਾ ਟੁੱਟ ਜਾਂਦਾ। ਜਿਵੇਂ ਹੁਣ ਰਾਤ ਨੂੰ ਆਪਾਂ ਸੁੱਤੇ ਪਏ ਸੁਪਨਾ ਦੇਖਦੇ ਹਾਂ, ਜਦੋਂ ਆਪਾਂ ਜਾਗ ਪੈਂਦੇ ਤਨ ਕਰਕੇ ਤੇ ਉਹ ਸੁਪਨਾ ਖਤਮ ਹੋ ਜਾਂਦਾ, ਟੁੱਟ ਜਾਂਦਾ ਵਿੱਚ ਹੀ। ਹੁਣ ਇਸੇ ਤਰ੍ਹਾਂ ਹੀ ਇਹ ਸਾਡਾ ਜੀਵਨ ਸੁਪਨਾ ਹੈ। ਜੈਸਾ ਸੁਪਨਾ ਰਹਿਣ ਕਾ ਤੈਸੋ ਹੀ ਸੰਸਾਰ। ਜੇ ਅਸੀਂ ਜਾਗ ਪਾਂਗੇ, ਸਾਡੀ ਅੱਖ ਖੁੱਲ੍ਹ ਜੇਗੀ ਤੇ ਸਾਡਾ ਸੁਪਨਾ ਟੁੱਟ ਜੇਗਾ। ਤੇ ਜੇ ਹੁਣ ਅਸੀਂ ਸੁੱਤੇ ਰਹੇ ਤੇ ਸਾਡਾ ਜੀਵਨ ਸੁਪਨੇ 'ਚ ਹੀ ਲੰਘ ਜਾਣਾ। ਤੇ ਫਿਰ ਜਦੋਂ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਜੀਵਤ, ਫਿਰ ਜਾਵਾਂਗੇ ਜਗਾਉਂਦੇ ਤੇ ਫਿਰ ਪਤਾ ਲੱਗਦਾ ਵੀ ਮੈਂ ਤਾਂ ਬੜਾ ਗੂੜੀ ਨੀਂਦ ਸੁੱਤਾ ਪਿਆ ਸੀ ਤੇ ਸੁੱਤੇ ਨਹੀਂ, ਸਾਰੀ ਰਾਤ ਲੰਘਾ ਦਿੱਤੀ। ਸਾਰਾ ਜੀਵਨ ਸੀ ਜਿਹੜਾ ਸੁੱਤੇ ਦਾ ਹੀ ਲੰਘ ਗਿਆ। ਫਿਰ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਜਗ ਸੁਪਨਾ ਬਾਜੀ ਬਣੀ।
खैन में खेल खिलाए संजोगी मिले किसे बजोगी उठ जाए। उदों पता लग्या भी ये तो जग सुपना सी, जिहड़ा सुपने दे विच ही ये घर बार सी। सुपने दे विच ही कोई माँ बनी सी, कोई प्यो बनिया सी, कोई पुत्र बनिया सी, कोई धी बनी सी। सुपने दे विच ही कोई भैन बनी सी, कोई भरा बनिया होया सी, कोई दोस्त बनिया सी, कोई मित्र बनिया होया सी। जदों अख खुली सुपना टुट गया तो फिर देखदा भी किधर गए सारी, तो सारी पासे हट जाती साथ छड्ड के, क्योंकि वो सारा कुछ सुपने दे विच ही चल रहा सी। फिर तां मन नूं कहंदे भी तूं अन्ना ते बोला हो के सुता न रह घूक, तू जाग। जे तू जागेगा तो फिर तू आपदे जीवन का लाहा खट लेंगा। भी गाफल हो के जे तू सुता रहा फिर तेरा जीवन जिहड़ा वो सारा व्यर्थ चला जाएगा। मारे दाइयों फरमाउंदे अब मन जागत रहो रे भाई, गाफल होए के जन्म गवायो चोर मूसे कर जाई। भी जे तू गाफल हो के बेपरवाह हो के सुता रहे फिर तेरा जीवन की रात जिहड़ी इस सुते दी लंघ जानी, फिर तू पछताएगा बहुत। इस वास्ते भी हुण तू सुता न रहे, भरम दे विच न रहे, तू जाग। हुण जागे किवें साडा मन, ते उहदे वास्ते फिर सानू महाराज सिमरन अभ्यास दसदे भी हुण सिमरन करके इस सुते हुए मन नूं जगा लो। फरमाउंदे ने सिमर 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 गुर अपना सोया मन जगाई। आओ हुण किवें साडे सुते हुए मन ने जागना, ਉਹਦੇ वास्ते जो सतगुरु ਆਪਾਂ ਨੂੰ ਸਾਸ ਗਿਰਾ सिमरन अभ्यास दसदे भी आ विधि तरीका अपनाओ। ਜਿਹੜਾ मन ਸੁੱਤਾ गहरी नींद ਦੇ ਵਿੱਚ ਉੱਚੀ बोल के ਇਹਨੂੰ ਸੁਣਾਓ आवाज़ ਨੂੰ ਆਪਣੀ ਨੂੰ, ਤਾਂ ਕਿ ਇਹ आवाज़ ਨੂੰ ਸੁਣੇ। ਤੇ ਫਿਰ ਇਹ ਜਦੋਂ ਸੁਣੇਗਾ ਪੂਰਾ ਧਿਆਨ ਦੇ ਨਾਲ, ਫਿਰ ਇਹ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ ਤੇ ਫਿਰ ਇਹ ਜਾਗਤ ਅਵਸਥਾ 'ਚ ਆਏਗਾ, ਕਿਉਂਕਿ ਵਿਚਾਰਾਂ 'ਚ ਹੀ ਸੁੱਤਾ ਹੋਇਆ ਭਰਮ ਦੇ ਵਿੱਚ। ਸੌਂਦੇ ਆਪਾਂ ਕਿਵੇਂ ਆ, ਜਿਵੇਂ ਹੁਣ ਆਪਾਂ ਇੱਥੇ ਬੈਠੇ ਗੁਰੂ ਘਰ, ਇਥੋਂ ਆਪਾਂ ਧਿਆਨ ਸਾਡਾ ਮਨ ਬਾਹਰ ਚਲਾ ਜਾਵੇ ਵੀ ਘਰੇ ਮੇਰਾ ਆ ਵੀ ਕੰਮ ਕਰਨ ਵਾਲਾ, ਜਾ ਕੇ ਆ ਵੀ ਕਰਨਾ, ਇਹਨੂੰ ਕਹਿੰਦੇ ਵਿਚਾਰਾਂ 'ਚ ਸੌਂ ਗਿਆ। ਬਈ ਸਰੀਰ ਸਾਡਾ ਇੱਥੇ ਬੈਠਾ, ਮਨ ਬਾਹਰ ਵਿਚਾਰਾਂ 'ਚ ਭਰਮ ਦੇ ਵਿੱਚ ਚਲਾ ਗਿਆ ਤੇ ਵਿਚਾਰਾਂ 'ਚ ਜਾ ਕੇ ਸੌਂ ਗਏ। ਜਦੋਂ ਅਸੀਂ ਫਿਰ ਐਂ ਸੌਂ ਗਏ, ਫਿਰ ਆਪਾਂ ਜੋ ਇੱਥੇ ਬੋਲ ਰਹੇ ਹਾਂ, ਜਿਵੇਂ ਆਪਾਂ ਬੋਲ ਰਹੇ ਹਾਂ, ਇੱਥੇ ਬੈਠਿਆਂ ਨੂੰ ਹੀ ਆਪਾਂ ਨੂੰ ਆਵਾਜ਼ ਨਹੀਂ ਸੁਣੇਗੀ ਵੀ ਕੀ ਵਿਚਾਰ ਚੱਲ ਰਹੇ, ਕੀ ਕਹਿ ਰਹੇ ਹਾਂ। ਜਦੋਂ ਮਨ ਬਾਹਰੋਂ ਫੇਰ ਆਊ ਮੁੜ ਕੇ ਫਿਰ ਸੁਣੂਗਾ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਆਪਾਂ ਹੁਣ ਇਹਨੂੰ ਆਪਣੀ ਆਵਾਜ਼ ਨੂੰ ਸੁਣੋ। ਇਹਨੇ ਵਿਚਾਰਾਂ ਦੇ ਵਿੱਚ ਭਰਮ 'ਚ ਚਲਾ ਜਾਣਾ, ਇਹਨੇ ਆਵਾਜ਼ ਨੂੰ ਸੁਣਨਾ ਸੁੱਤਾ ਹੋਏ। ਇਹਨੂੰ ਵਾਰ-ਵਾਰ ਅਸੀਂ ਸੁਣਾਉਣਾ ਆਪਣੀ ਆਵਾਜ਼ ਨੂੰ, ਤਾਂ ਕਿ ਜਿਉਂ-ਜਿਉਂ ਇਹ ਸੁਣੇਗਾ ਫਿਰ ਇਹ ਜਾਗਤ ਅਵਸਥਾ 'ਚ ਆਏਗਾ। ਆਓ ਹੁਣ ਜੋ ਮਹਾਰਾਜ ਸਾਨੂੰ ਇਹ ਮਨ ਨੂੰ ਜਗਾਉਣ ਵਾਸਤੇ ਸਿਮਰਨ ਅਭਿਆਸ ਦੱਸ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਆਪਾਂ ਸਿਮਰਨ ਕਰਦੇ ਹਾਂ ਨਾਲ ਫਿਰ ਆਪਾਂ ਸਤ ਸੰਗਤ ਕਰਦੇ ਹਾਂ, ਫਿਰ ਸਾਡਾ ਮਨ ਥੋੜ੍ਹਾ ਜਿਹਾ ਜਾਗਤ ਅਵਸਥਾ 'ਚ ਆਉਂਦਾ। ਜਿਉਂ ਅਸੀਂ ਸਿਮਰਨ ਕਰਾਂਗੇ ਤਿਉਂ ਤੋਂ ਜਾਗਤ ਅਵਸਥਾ 'ਚ ਆਏਗਾ। ਫਿਰ ਅਸੀਂ ਨਾਲ ਜਦੋਂ ਸੰਗਤ ਕਰਦੇ ਹਾਂ ਫਿਰ ਸਾਨੂੰ ਸੋਝੀ ਆਉਂਦੀ, ਫਿਰ ਸਾਨੂੰ ਭੇਤ ਆਉਂਦਾ ਵੀ ਸਾਨੂੰ ਜੀਵਨ ਕਾਹਦੇ ਵਾਸਤੇ ਮਿਲਿਆ, ਸਾਡਾ ਕੀ ਮਕਸਦ ਹੈ ਸੰਸਾਰ 'ਚ ਆਉਣ ਦਾ। ਫਿਰ ਸਤਿਗੁਰਾਂ ਦੀ ਸ਼ਰਨ 'ਚ ਆ ਕੇ ਫਿਰ ਮਹਿਸੂਸ ਕਰਦਾ ਮਨ ਵੀ ਮੈਂ ਕੋਈ ਜਪ ਤਪ ਨਹੀਂ ਕੀਤਾ, ਮੈਂ ਕੋਈ ਧਰਮ ਨਹੀਂ ਕਮਾਇਆ, ਵੀ ਮੇਰੇ ਕਰਮ ਬੜੇ ਨੀਚ ਨੇ, ਵੀ ਹੁਣ ਤੁਸੀਂ ਮੇਰੇ 'ਤੇ ਕਿਰਪਾ ਕਰ, ਮੈਨੂੰ ਆਪਣੀ ਭਗਤੀ 'ਤੇ ਲਾਵੋ, ਮੈਨੂੰ ਸੋਝੀ ਦੇ। ਇਸ ਅਵਸਥਾ 'ਚ ਮਹਾਰਾਜ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ, ਸ਼ਰਨ ਪਰੇ ਕੀ ਰਾਖੋ ਸ਼ਰਮ। ਵੀ ਹੁਣ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਹੁਣ ਕਿਰਪਾ ਕਰ,
ਜਦੋਂ ਫਿਰ ਸਾਡਾ ਮਨ ਸੁਣਨ ਦੀ ਅਵਸਥਾ 'ਚ ਆ ਜਾਂਦਾ, ਫਿਰ ਇਹਨੂੰ ਸਤਿਗੁਰੂ ਜੋ ਸੋਝੀ ਦਿੰਦੇ, ਭੇਦ ਦਿੰਦੇ, ਜੋ ਉਪਦੇਸ਼ ਫਿਰ ਸਾਨੂੰ ਦਿੰਦੇ, ਫਿਰ ਅਸੀਂ ਇਹ ਉਪਦੇਸ਼ ਨੂੰ ਧਿਆਨ ਨਾਲ ਸੁਣਦੇ ਹਾਂ। ਫਿਰ ਸੁਣ ਕੇ ਮਨ ਇਸ ਦੇ ਉੱਤੇ ਅਮਲ ਕਰਦਾ ਅਤੇ ਫਿਰ ਚੱਲਦਾ। ਸੋ ਇਸ ਵਾਸਤੇ ਹੁਣ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ, ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਸਤਸੰਗਤ ਕਰਨੀ, ਤਾਂ ਕਿ ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲਿਆ, ਮਾਨਸ ਜਾਮਾ, ਇਸ ਮਕਸਦ ਨੂੰ ਅਸੀਂ ਪੂਰਾ ਕਰ ਸਕੀਏ, ਪਰਮਾਤਮਾ ਨਾਲ ਮਿਲਾਪ ਕਰ ਸਕੀਏ ਅਤੇ ਜੀਵਨ ਦੀ ਬਾਜੀ ਨੂੰ ਇੱਥੋਂ ਜਿੱਤ ਕੇ ਖੁਸ਼ੀ ਖੁਸ਼ੀ ਅਸੀਂ ਆਪਦੇ ਘਰ ਵਾਪਸ ਜਾਈਏ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ 'ਚ ਵਸ ਜੇ ਅਤੇ ਗਿਆਨ ਦੀ ਮੱਤ ਦੇ ਕੇ ਮਨ ਨੂੰ ਇਹਨੂੰ ਆਪਾਂ ਘਰ ਲੈ ਚੱਲੀਏ। ਇੱਕ ਵਾਰੀ ਘਰ ਚਲਾ ਜਾਵੇ, ਘਰ ਦਾ ਸੁੱਖ ਆਨੰਦ ਲੈ ਲਵੇ, ਫਿਰ ਇੱਧਰ ਆ ਕੇ ਵੀ ਉਹੀ ਸੁੱਖ ਭਾਲਦਾ, ਉਹੀ ਆਨੰਦ ਭਾਲਦਾ ਵੀ ਜਿਹੜਾ ਸੁੱਖ ਆਨੰਦ ਮੇਰੇ ਘਰ ਵਿੱਚ ਉਹ ਸੁੱਖ ਆਨੰਦ ਮੇਰਾ ਬਣਿਆ ਰਵੇ। ਅਤੇ ਫਿਰ ਇਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸਿਮਰਨ ਕਰ, ਫਿਰ ਇਹ ਆਪਦੇ ਆਪ ਹੀ ਕਰਦਾ ਰਹਿੰਦਾ। ਮਹਾਰਾਜ ਇਸੇ ਵਾਸਤੇ ਜੀ ਕਹਿੰਦੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।